सत श्री अकाल जी। धन्यवाद ਤੁਹਾਡਾ बहुत सहयोग देने ਦੇ ਵਾਸਤੇ। ਲਗਾਤਾਰ ਤੁਸੀਂ ਸਬਸਕ੍ਰਾਈਬ ਕਰ ਰਹੇ ਹੋ। ਜੇ ਤੁਸੀਂ ਨਹੀਂ ਕੀਤਾ ਤੇ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਅੱਗੇ ਜ਼ਰੂਰ ਦੱਸ ਦੇਣਾ ਇਹਦੇ ਸੰਬੰਧੀ। ਅੱਜ ਜਿਹੜੀ ਗੱਲਬਾਤ ਕਰਾਂਗੇ ਉਹ ਪ੍ਰਾਈਵੇਟਾਈਜ਼ ਵੱਲ ਨੂੰ ਵੱਧ ਰਿਹਾ ਜਿਹੜਾ ਸਾਰਾ ਕੁਝ ਹੈ। ਪੰਜਾਬ ਸਰਕਾਰ ਨੇ ਜਿਹੜੀਆਂ ਗਊਸ਼ਾਲਾਵਾਂ ਨੇ ਉਹਨਾਂ ਨੂੰ ਹੁਣ ਪ੍ਰਾਈਵੇਟ ਕਰਤਾ। ਪੀਪੀ ਮੋਡ ਦੇ ਵਿੱਚ ਜਿਹੜਾ ਆ ਗਈਆਂ, ਪਬਲਿਕ ਪ੍ਰਾਈਵੇਟ ਸੈਕਟਰ ਜਿਹੜਾ ਉਹਦੇ ਵਿੱਚ ਆਊਗਾ। ਸਰਕਾਰ ਉਹਦੇ ਵਿੱਚ ਨਾ ਮਾਤਰ ਰਹਿ ਜਾਂਦੀ ਹੈ, ਸਿਰਫ ਉਹ ਹਿੱਸਾ ਪੱਤੀ ਰੱਖਣ ਦੇ ਵਾਸਤੇ ਥੋੜ੍ਹਾ ਜਿਹਾ ਰਹਿ ਜਾਂਦੀ ਹੈ। ਜਿਵੇਂ ਕਿ ਤੁਹਾਨੂੰ ਯਾਦ ਹੋਵੇ ਤੇ ਜਿਹੜੇ ਸਕੂਲ ਸੀਗੇ ਖੋਲ੍ਹੇ ਗਏ ਸੀ ਬੜੇ ਵੱਡੇ, ਇਹ ਕਿਹਾ ਗਿਆ ਸੀਗਾ ਕਿ ਪ੍ਰਾਈਵੇਟ ਪਬਲਿਕ ਸੈਕਟਰ ਹੈ। ਮੁੜ ਕੇ ਸਰਕਾਰ ਨੇ ਹੌਲੀ ਹੌਲੀ ਹੱਥ ਖੜੇ ਕਰਤੇ ਤੇ ਉਹ ਉਹਨਾਂ ਨੂੰ ਹੀ ਗਾਂ ਜਿਹੜੇ ਉਹ ਚਲੇ ਗਏ ਸਕੂਲ। ਇੱਕ ਤਰੀਕਾ ਹੁੰਦਾ ਆਪਣੇ ਲੋਕਾਂ ਨੂੰ ਜਿਹੜਾ ਉਹ ਅਬਲਾਈਜ਼ ਕਰਨ ਦਾ। ਜੇ ਤੁਹਾਨੂੰ ਯਾਦ ਹੋਊਗਾ ਜਲੰਧਰ ਦੇ ਵਿੱਚ ਗੜਾ ਰੋਡ ਦੇ ਉੱਤੇ ਪਿਮਸ ਖੁੱਲ੍ਹਿਆ ਇੱਕ, ਔਰ ਸਰਕਾਰ ਦੀ ਜ਼ਮੀਨ, ਸਰਕਾਰ ਨੇ ਬਿਲਡਿੰਗ ਬਣਾਈ, ਸਰਕਾਰ ਨੇ ਢਾਂਚਾ ਖੜਾ ਕੀਤਾ, ਮੁੜ ਕੇ ਚੁੱਕ ਕੇ ਦੇ ਦਿੱਤਾ ਇੱਕ ਪਰਿਵਾਰ ਨੂੰ ਜਿਨ੍ਹਾਂ ਕੋਲੇ ਮੈਡੀਕਲ ਦਾ ਕੋਈ ਤਜਰਬਾ ਹੀ ਨਹੀਂ ਸੀ। ਉਹਨਾਂ ਤੋਂ ਵਾਪਸ ਲੈ ਲਿਆ ਤੇ ਹੁਣ ਇੱਕ ਪ੍ਰਾਈਵੇਟ ਅਦਾਰੇ ਨੂੰ ਜਿਹੜਾ ਉਹ ਦੇ ਦਿੱਤਾ ਹੋਇਆ ਠੇਕੇ ਤੇ। ਉਹ ਠੇਕਾ ਵੀ ਨਹੀਂ ਦਿੰਦਾ ਜਿੰਨਾ ਕੁ ਪਤਾ ਲੱਗ ਰਿਹਾ। ਮਤਲਬ ਕਿ ਹੌਲੀ ਹੌਲੀ ਉਧਰ ਨੂੰ ਕੀ ਸਰਕਾਰ ਜਿਹੜੀ ਉਹ ਪਿਮਸ ਨਹੀਂ ਸੀ ਚਲਾ ਸਕਦੀ, ਜਾਂ ਜਿਹੜੇ ਮੈਡੀਕਲ ਕਾਲਜ ਨੇ ਸਰਕਾਰੀ ਉਹਨੂੰ ਨਹੀਂ ਉਹ ਚਲਾ ਸਕਦੀ। ਇਹ ਜਾਣਬੁੱਝ ਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਦਿੱਤਾ ਜਾ ਰਿਹਾ। ਜਦੋਂ ਹੁਣ ਗਊਸ਼ਾਲਾਵਾਂ ਦੀ ਜਿਹੜੀ ਉਹ ਗੱਲ ਚੱਲੀ ਆ ਤਾਂ ਇਹਦੇ ਵਿੱਚ ਬੜਾ ਵੱਡਾ ਸਵਾਲ ਹੈ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ, ਔਰ ਇਹਨੂੰ ਆਪਾਂ ਹੋਰ ਆਉਂਦੇ ਦਿਨਾਂ ਦੇ ਦੌਰਾਨ ਖੁੱਲ੍ਹਾ ਕਰਾਂਗੇ ਦਾ ਮੋਕਲਾ। ਇਹਦੇ ਵਿੱਚ ਬਹੁਤ ਕੁਛ ਹੈ ਜਿਹੜੀਆਂ ਗਊਸ਼ਾਲਾਵਾਂ ਦੇ ਪਿੱਛੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਇਹ ਬਣੀਆਂ ਹੋਈਆਂ ਨੇ, ਔਰ ਸਰਕਾਰ ਸ਼ੈੱਡ ਪਾ ਕੇ ਜਿਹੜਾ ਦੀ ਉਹ ਦੇ ਰਹੀ ਹੈ। ਕਰੋੜਾਂ ਰੁਪਈਆ ਸਰਕਾਰ ਇਹਦੇ ਉੱਤੇ ਖਰਚ ਕਰਦੀ ਹੈ। ਹੁਣ ਜਦੋਂ ਪਬਲਿਕ ਪ੍ਰਾਈਵੇਟ ਜਿਹੜਾ ਸੈਕਟਰ ਆ ਉਹ ਆ ਜਾਊਗਾ, ਸਰਕਾਰ ਕੀ ਇਹਦੇ ਵਿੱਚ ਇਹ ਕਲੀਅਰ ਨਹੀਂ ਦੱਸਿਆ ਗਿਆ ਵੀ ਸਰਕਾਰ ਉਹਨਾਂ ਨੂੰ ਫੰਡਸ ਜਾਰੀ ਰੱਖੂਗੀ ਜਾਂ ਉਹ ਫੰਡਸ ਆਪਣੇ ਤੌਰ ਦੇ ਉੱਤੇ ਲਾਉਣਗੇ। ਜੇ ਪ੍ਰਾਈਵੇਟ ਪਲੇਅਰਾਂ ਨੇ ਇਹਦੇ ਵਿੱਚ ਆਉਣਾ, ਫਿਰ ਵੱਡਾ ਸਵਾਲ ਇਹ ਆ ਕਿ ਫਿਰ ਪੰਚਾਇਤੀ ਜ਼ਮੀਨਾਂ ਉਹਨਾਂ ਦੇ ਕੋਲੇ ਕਿਉਂ ਰਹਿਣ? ਉਹ ਪੰਚਾਇਤਾਂ ਨੂੰ, ਪਿੰਡਾਂ ਨੂੰ ਜਿਹੜੀਆਂ ਉਹ ਵਾਪਸ ਮਿਲਣੀਆਂ ਚਾਹੀਦੀਆਂ ਨੇ। ਇਹਦੇ ਸੰਬੰਧੀ ਪੰਚਾਇਤਾਂ ਜਿਹੜੀਆਂ ਜਾਗਰੂਕ ਹੋਣ ਵੀ ਜੇ ਸਰਕਾਰ ਗਊਸ਼ਾਲਾ ਚਲਾਉਂਦੀ ਨਹੀਂ, ਹਾਲਾਂਕਿ ਕਿੰਨਾ ਉਜਾੜਾ ਡੰਗਰ ਜਿਹੜੇ ਨੇ, ਅਵਾਰਾ ਡੰਗਰ ਕਿਸਾਨਾਂ ਦਾ ਕਰਦੇ ਆ, ਇਹ ਕਿਸੇ ਤੋਂ ਲੁਕਿਆ ਛਿਪਿਆ ਥੋੜ੍ਹੀ ਆ। ਕੁਝ ਸਮਾਂ ਪਹਿਲਾਂ ਅਜਿਹਾ ਆਇਆ ਸੀਗਾ ਕਿ ਘੋੜਿਆਂ ਵਾਲੇ ਜਿਹੜੇ ਨੇ ਉਹਨਾਂ ਨੂੰ ਹਾਇਰ ਕਰਨਾ ਪੈਂਦਾ ਕਿਸਾਨਾਂ ਨੂੰ, ਤਾਂ ਕਿ ਅਵਾਰਾ ਡੰਗਰਾਂ ਤੋਂ ਉਹਨਾਂ ਦੀਆਂ ਫਸਲਾਂ ਉਹ ਬਚਾਉਣ। ਰਾਤ ਬਰਾਤੇ ਜਿੱਥੇ ਝੁੰਡ ਪੈਂਦੇ ਆ, ਬਹੁਤ ਕੁਝ ਜਿਹੜਾ ਉਹ ਚਟਮ ਕਰ ਜਾਂਦੇ ਆ ਕਿਸਾਨਾਂ ਦੀ ਫਸਲ। ਕਿੰਨਾ ਪੈਸਾ ਸਰਕਾਰ ਦਿੰਦੀ ਸੀ, ਫਿਰ ਵੀ ਇਹ ਗਊਸ਼ਾਲਾਵਾਂ ਚੱਲ ਕਿਉਂ ਨਹੀਂ ਸਕੀਆਂ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਜਦੋਂ ਅਨਫ ਫੰਡ ਦਿੱਤੇ ਜਾ ਰਹੇ ਸੀਗੇ ਫਿਰ ਕਿਉਂ ਨਹੀਂ ਚੱਲਿਆ? ਲੋਕਾਂ ਦੇ ਵਿੱਚ ਵੱਜਦੀਆਂ ਕਿਉਂ ਫਿਰਦੀਆਂ ਨੇ ਸੜਕਾਂ ਦੇ ਉੱਤੇ? ਕਿੰਨੇ ਹਾਦਸੇ ਇਹਨਾਂ ਅਵਾਰਾ ਡੰਗਰਾਂ ਦੀ ਵਜ੍ਹਾ ਕਰਕੇ ਹੁੰਦੇ। ਕਿੰਨੀਆਂ ਵੀਡੀਓਜ਼ ਆਉਂਦੀਆਂ ਨੇ ਜਿੱਥੇ ਸਾਹ ਭਿੜਦੇ ਆ ਤੇ ਕਿਸੇ ਨਾ ਕਿਸੇ ਦੀ ਜਾਨ ਦਾ ਖੌਅ ਬਣ ਜਾਂਦੇ ਆ, ਉਹਦੀ ਜਾਨ ਤੱਕ ਜਿਹੜੀ ਉਹ ਚਲੇ ਜਾਂਦੀ ਹੈ। ਫਿਰ ਇਹ ਕਿਉਂ ਨਹੀਂ ਉੱਥੇ ਜਿਹੜਾ ਰੱਖੇ ਗਏ? ਸਰਕਾਰ ਦਾ ਇਹ ਗਊਸ਼ਾਲਾ ਜਿਹੜੀਆਂ ਸੀ ਉਹ ਫੇਲ ਹੋਣ ਦਾ ਕਾਰਨ ਕੀ ਰਿਹਾ? ਇਹਦਾ ਵਿਸਥਾਰ ਵੀ ਆਉਣਾ ਚਾਹੀਦਾ ਸੀਗਾ, ਆਇਆ ਨਹੀਂ। ਸਰਕਾਰ ਨੇ ਆਪਣੇ ਗਲੋਂ ਗਲਾਵਾਂ ਲਾ ਲਿਆ। ਹੁਣ ਵੇਖਣਾ ਇਹ ਵੀ ਹੋਊਗਾ ਕਿ ਇਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਕੀ ਪੰਚਾਇਤੀ ਜ਼ਮੀਨਾਂ ਉਹਨਾਂ ਨੂੰ ਦੇ ਦਿੰਦੀ ਹੈ? ਦੇਊਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਜਿਹੜੇ ਪਲੇਅਰ ਆਉਣੇ ਆ ਇਹਦੇ ਵਿੱਚ ਉਹ ਕੋਈ ਨਾ ਕੋਈ ਸਿਆਸੀ ਧਿਰ ਦੇ ਨੇੜੇ ਤੇੜੇ ਵਾਲੇ ਹੋਣੇ ਆ। ਇੱਕ ਦੂਸਰਾ ਪੁਆਇੰਟ ਇਹਦੇ ਵਿੱਚ ਜਿਹੜਾ ਇਹ ਆ ਕਿ ਇੱਥੇ ਪੰਜਾਬ ਦੇ ਵਿੱਚ ਹਰ ਚੀਜ਼ ਦੇ ਉੱਤੇ ਗਊ ਸੈਸ ਲੱਗਿਆ ਹੋਇਆ। ਤੁਹਾਨੂੰ ਬਿਜਲੀ ਦਾ ਜਿਹੜਾ ਬਿੱਲ ਆ ਉਹਦੇ ਉੱਤੇ ਗਊ ਸੈਸ ਲੱਗਦਾ। ਤੁਸੀਂ ਕੋਈ ਵਹੀਕਲ ਖਰੀਦਦੇ ਹੋ, 2 ਵੀਲਰ ਖਰੀਦਿਆ ਉਹਦੇ ਉੱਤੇ ਗਊ ਸੈਸ ਆ, 4 ਵੀਲਰ ਖਰੀਦਿਆ ਉਹਦੇ ਉੱਤੇ ਗਊ ਸੈਸ ਆ। ਪੁਰਾਣਾ ਲੈ ਲਓ, ਨਵਾਂ ਲੈ ਲਓ, ਹਰੇਕ ਦੇ ਉੱਤੇ ਗਊ ਸੈਸ ਦੇਣਾ ਪੈਂਦਾ। ਸ਼ਰਾਬ ਦੇ ਉੱਤੇ ਗਊ ਸੈਸ ਹੈ, ਹਾਲਾਂਕਿ ਇਹ ਇੱਕ ਡਿਫਰੈਂਟ ਸਬਜੈਕਟ ਵੀ ਹੈਗਾ। ਸ਼ਰਾਬ ਵਾਲੀਆਂ ਜਿਹੜੀਆਂ ਫਰਮਾਂ ਨੇ ਉਹਨਾਂ ਨੇ ਕਰੋੜਾਂ ਰੁਪਈਏ ਗਊ ਸੈਸ ਦੇ ਨਾਂ ਦੇ ਉੱਤੇ ਇਕੱਠੇ ਕੀਤੇ ਆ, ਉਹਨਾਂ ਨੇ ਜਮ੍ਹਾਂ ਨਹੀਂ ਕਰਾਏ ਸਰਕਾਰ ਦੇ ਕੋਲੇ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ, ਜਮ੍ਹਾਂ ਕਿਉਂ ਨਹੀਂ ਕਰਵਾਏ? ਕਿਉਂਕਿ ਉਹ ਜਿਹੜੀਆਂ ਵੱਡੀਆਂ ਫਰਮਾਂ ਨੇ ਉਹ ਰਾਜਨੀਤਿਕ ਲੋਕਾਂ ਦੇ ਨੇੜੇ ਨੇ ਤੇ ਉਹਨਾਂ ਦੇ ਉੱਤੇ ਕਦੇ ਵੀ ਡਾਂਗ ਸਰਕਾਰਾਂ ਦੀ ਜਿਹੜੀ ਉਹ ਨਹੀਂ ਚੱਲਦੀ ਜਬਰੀ ਕਿ ਤੁਸੀਂ ਉਹ ਫੰਡਸ ਜਿਹੜੇ ਨੇ ਉਹ ਜਮ੍ਹਾਂ ਕਰਵਾਓ।
ਉਹ ਇਸ ਕਰਕੇ ਉਹ ਨਹੀਂ ਕਰਵਾਉਂਦੇ। ਇਕੱਠਾ ਕਰ ਲਿਆ, ਮੁੜ ਕੇ ਜਿਹੜਾ ਜੀ ਉਹ ਹੜੱਪ ਲਿਆ, ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਕਰੋੜਾਂ ਰੁਪਈਏ ਇਹਨਾਂ ਸ਼ਰਾਬ ਦੀਆਂ ਫਰਮਾਂ ਦੇ ਵੱਲ ਜਿਹੜੇ ਗਊ ਸੈਸ ਦੇ ਰੂਪ ਦੇ ਵਿੱਚ ਖੜੇ ਆ, ਜਿਹੜੇ ਉਹਨਾਂ ਨੇ ਕਲੈਕਟ ਕੀਤੇ ਹੋਏ ਆ, ਉਹ ਜਮ੍ਹਾਂ ਨਹੀਂ ਕਰਵਾ ਰਹੇ। ਸ਼ਾਇਦ ਇਹ ਰਿਹਾ ਜੀ। ਹੁਣ ਸਵਾਲ ਇਹ ਹੋਊਗਾ ਕਿ ਕੀ ਸਰਕਾਰ ਨੇ ਜਦੋਂ ਆਪਣੇ ਗਲੋਂ ਗਲਾਵਾਂ ਲਾ ਦਿੱਤਾ ਇਹਨਾਂ ਗਊਸ਼ਾਲਾਵਾਂ ਵਾਲਾ, ਤਾਂ ਗਊ ਸੈਸ ਜਿਹੜਾ ਇੰਨਾ ਉਹ ਇਕੱਠਾ ਕਰਦੀ ਹੈ, ਉਹ ਲੋਕਾਂ ਨੂੰ ਉਹਦੇ ਤੋਂ ਰਾਹਤ ਮਿਲੂਗੀ? ਕਿਉਂਕਿ ਹੁਣ ਤਾਂ ਫਿਰ ਗਊ ਸੈਸ ਕਰਨ ਦੀ ਇਕੱਠਾ ਲੋੜ ਨਹੀਂ ਨਾ। ਹੁਣ ਤਾਂ ਜਿਨ੍ਹਾਂ ਨੂੰ ਪ੍ਰਾਈਵੇਟ ਦੇਣਾ ਉਹ ਫਰਮਾਂ ਆਪੇ ਚਲਾਉਣ, ਜਿੱਥੋਂ ਮਰਜ਼ੀ ਪੈਸੇ ਇਕੱਠੇ ਕਰਨ ਤੇ ਉਹ ਇਕੱਠੇ ਕਰਕੇ ਇਹਨੂੰ ਚਲਾਉਣ। ਫਿਰ ਲੋਕਾਂ ਦੇ ਉੱਤੇ ਬੋਝ ਇਹਦਾ ਕਿਉਂ ਪਾਇਆ ਜਾਵੇ? ਫਿਰ ਟੈਕਸ ਦੇ ਰੂਪ ਦੇ ਵਿੱਚ ਕਲੈਕਸ਼ਨ ਕਿਉਂ ਕੀਤੀ ਜਾਵੇ ਜਦੋਂ ਸਰਕਾਰ ਦੇ ਅੰਡਰ ਹੀ ਨਹੀਂ ਉਹ ਰਹੀਆਂ? ਇੱਕ ਤਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਪਿੰਡਾਂ ਨੂੰ ਵਾਪਸ ਮਿਲਣੀਆਂ ਚਾਹੀਦੀਆਂ ਨੇ, ਦੂਜਾ ਗਊ ਸੈਸ ਜਿਹੜਾ ਉਹ ਖਤਮ ਹੋਣਾ ਚਾਹੀਦਾ। ਇਹ ਆਵਾਜ਼ ਜਿਹੜੀ ਆ ਸਭ ਲੋਕਾਂ ਨੂੰ ਇਕੱਠੇ ਹੋ ਕੇ ਬੁਲੰਦ ਕਰਨੀ ਚਾਹੀਦੀ ਹੈ। ਦੂਜਾ, ਅੱਜ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਬੱਸਾਂ ਨੇ, PRTC ਤੇ ਰੋਡਵੇਜ਼ ਦੀਆਂ ਬੱਸਾਂ, ਉਹਨਾਂ ਦੇ ਵਿੱਚ ਔਰਤਾਂ ਨੂੰ ਜਿਹੜਾ ਉਹ ਫ੍ਰੀ ਰਾਈਡ ਕੀਤੀ ਗਈ ਹੈ। ਅੱਜ ਬਹੁਤ ਵੱਡੇ ਪੱਧਰ ਦੇ ਉੱਤੇ 1000 ਥਾਵਾਂ ਦੇ ਉੱਤੇ ਸਰਕਾਰ ਨੇ ਜੋਸ਼ ਦੇ ਨਾਲ ਇਹਦੀ ਸ਼ੁਰੂਆਤ ਕੀਤੀ। ਇਹ ਕਿਹਾ ਕਿ 1 ਕਰੋੜ ਤੇ 31 ਲੱਖ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਸਹੂਲਤ ਹੋ ਗਈ। ਜਿਵੇਂ 1 ਕਰੋੜ 31 ਲੱਖ ਸਾਰੀਆਂ ਰੋਜ਼ ਬੱਸਾਂ ਦੇ ਉੱਤੇ ਜਿਹੜੀਆਂ ਚੜ੍ਹਦੀਆਂ ਹੋਣ, ਕਿੰਨੇ ਕੁ ਚੜ੍ਹਦੀਆਂ ਨੇ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਦੂਸਰਾ ਪੁਆਇੰਟ ਇਹਦੇ ਵਿੱਚ ਇਹ ਕਿ ਜਿਹੜੇ ਮੇਨ ਰੂਟ ਨੇ, ਜਿਹੜੇ ਬਿਹਤਰੀਨ ਰੂਟ ਨੇ, ਉੱਥੇ ਤਾਂ ਪ੍ਰਾਈਵੇਟ ਬੈਠੀ ਹੈ ਫਰਮ। ਜਦੋਂ ਇਹ ਸਰਕਾਰ ਬਣਨੀ ਸੀਗੀ ਉਦੋਂ ਇਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਲ ਹੈ ਕਿ ਸਰਕਾਰ ਵੰਡ ਤੋਂ 3 ਮਹੀਨੇ ਦੇ ਵਿੱਚ ਜਿਹੜੀ ਟਰਾਂਸਪੋਰਟ ਪਾਲਿਸੀ ਲਿਆਂਦੀ ਜਾਊਗੀ ਔਰ ਜਿਹੜੇ ਪ੍ਰਾਈਵੇਟ ਲੋਕ ਧੱਕਾ ਕਰਦੇ ਆ ਉਹਨਾਂ ਦੇ ਨਾਲ ਸਿੱਝਿਆ ਜਾਊਗਾ। 3 ਮਹੀਨੇ ਛੱਡੋ, 3 ਸਾਲ ਛੱਡੋ, 4 ਸਾਲ ਬੀਤ ਗਏ, 5ਵਾਂ ਸਾਲ ਸ਼ੁਰੂ ਹੋ ਗਿਆ, ਕੋਈ ਟਰਾਂਸਪੋਰਟ ਪਾਲਿਸੀ ਨਹੀਂ ਲਿਆਂਦੀ ਗਈ। ਆਹ ਟਰਾਂਸਪੋਰਟ ਪਾਲਿਸੀ ਥੋੜੀ ਸੀਗੀ ਕਿ ਤੁਸੀਂ ਸਰਕਾਰੀ ਬੱਸਾਂ ਜਿਹੜੀਆਂ ਨੇ ਉਹਦੇ ਉੱਤੇ ਹੋਰ ਬੋਝ ਜਿਹੜਾ ਉਹ ਪਾ ਦਿਓ। ਇੱਕ ਤਾਂ ਸਰਕਾਰੀ ਜਿਹੜੀਆਂ ਬੱਸਾਂ ਨੇ ਉਹ ਰਹਿ ਥੋੜੇ ਜਿਹੇ ਰੂਟਾਂ ਤੇ ਗਈਆਂ ਨੇ। ਜਦੋਂ ਇਹ ਲੋਕਡਾਊਨ ਲੱਗਿਆ 50 ਕਰੋੜ ਦੇ ਘਾਟੇ ਦੇ ਵਿੱਚ PRTC ਜਿਹੜੀ ਉਹ ਚਲੀ ਗਈ ਸੀ। ਰੋਡਵੇਜ਼ ਦਾ ਵੱਖਰਾ ਘਾਟਾ, ਉਹ ਘਾਟਾ ਕਿੱਥੋਂ ਪੂਰਾ ਹੋਣਾ? ਉਹ ਜਦੋਂ, ਕਿਉਂਕਿ ਕੋਈ ਵੀ ਅਦਾਰਾ ਜਿਹੜਾ ਇੱਕ ਵਾਰੀ ਘਾਟੇ ਦੇ ਵਿੱਚ ਚਲੇ ਜਾਂਦਾ ਮੁੜ ਕੇ ਉਹਦਾ ਉੱਭਰ ਸਕਣਾ ਬੜਾ ਔਖਾ ਹੁੰਦਾ। PRTC ਪਿਛਲੇ ਕੁਝ ਸਾਲਾਂ ਦੇ ਵਿੱਚ ਉੱਭਰੀ ਹੈ, ਉਹ ਚੰਗਾ ਗੱਲ ਸੀ ਕਿ ਉਹ ਉੱਭਰੀ। ਹੁਣ ਉਹਨੂੰ ਫੇਰ ਜਿਹੜਾ ਜੀ ਉਹ ਦੱਬਣ ਦੀ ਕੋਸ਼ਿਸ਼ ਹੋ ਗਈ ਵੀ ਇਹ ਉੱਭਰ ਕਿਵੇਂ ਪਈ, ਇਹਨੂੰ ਜਿਹੜਾ ਉਹ ਦੱਬਿਆ ਜਾਵੇ ਕਿਸੇ ਤਰੀਕੇ ਨਾਲ। ਜਦੋਂ ਤੁਸੀਂ ਉਹਦੇ ਉੱਤੇ ਜਿਹੜਾ ਮੁਫਤ ਕਰ ਦਿੱਤਾ ਜਿਹੜੀ ਔਰਤਾਂ ਦਾ ਤੇ ਸਫ਼ਰ ਉਹਨਾਂ ਦਾ ਮੁਫਤ ਕਰ ਦਿੱਤਾ, ਇਹਦੇ ਨਾਲ ਘਾਟਾ ਕਿਹਨੂੰ ਪਊਗਾ? PRTC ਨੂੰ ਤੇ ਪੰਜਾਬ ਰੋਡਵੇਜ਼ ਨੂੰ। PRTC ਦੇ ਵਿੱਚ ਕੰਮ ਕਰਦੇ ਲੋਕ, ਪੰਜਾਬ ਰੋਡਵੇਜ਼ ਦੇ ਕੰਮ ਕਰਦੇ ਲੋਕ, ਉਹਨਾਂ ਨੂੰ ਵੀ ਇਹ ਸਮਝਣ ਦੀ ਜਾਂ ਬਹੁਤ ਤੁਰੰਤ ਸਮਝਣ ਦੀ ਲੋੜ ਹੈ ਕਿ ਉਹਨਾਂ ਦੀਆਂ ਨੌਕਰੀਆਂ ਜਾਣ ਵਾਲੀਆਂ ਨੇ, ਅੱਗੋਂ ਕੋਈ ਹੀਰਿੰਗ ਨਹੀਂ ਹੋਣੀ। ਇਹ ਜਿਹੜੀਆਂ ਨੌਕਰੀਆਂ ਨੇ ਇਹ ਵੀ ਚਲੇ ਜਾਣੀਆਂ ਨੇ ਕਿਉਂਕਿ ਘਾਟੇ 'ਚ ਜਾਊਗੀ ਟਰਾਂਸਪੋਰਟ। ਜਦੋਂ ਘਾਟੇ ਦੇ ਵਿੱਚ ਜਾਊਗੀ ਫਿਰ ਸਰਕਾਰ ਕਹੂਗੀ ਨਹੀਂ ਨਹੀਂ ਇਹ ਸਾਡੇ ਕੋਲ ਨਹੀਂ ਚੱਲਦੀ, ਕਿਸੇ ਵੱਡੇ ਅਦਾਰੇ ਨੂੰ ਦੇ ਦਿੱਤੀ ਜਾਊਗੀ। ਜਿਵੇਂ 에ਅਰ ਇੰਡੀਆ ਦਿੱਤੀ ਜਾ ਰਹੀ ਹੈ, ਚਲੋ ਉਹ ਵੱਡੇ ਪੱਧਰ ਦੇ ਉੱਤੇ ਆ, ਇਹ ਛੋਟੇ ਪੱਧਰ ਦੇ ਉੱਤੇ ਆ। ਬੱਸ ਅੱਡੇ ਜਿਹੜੇ ਕਿ PRTC ਦੇ ਨੇ, ਬਹੁਤ ਸਾਰੇ ਮੈਕਸਿਮਮ ਬੱਸ ਅੱਡੇ ਜਿਹੜੇ ਨੇ, ਫਿਰ ਉਹ ਵੀ ਪ੍ਰਾਈਵੇਟ ਹੋ ਜਾਣਗੇ ਜਦੋਂ PRTC ਨਹੀਂ ਰਹੂਗੀ ਆਉਂਦੇ ਸਮੇਂ ਦੇ ਦੌਰਾਨ। ਇਹ ਜੇ ਇਸ ਤਰੀਕੇ ਨਾਲ ਤੁਸੀਂ ਘਾਟੇ ਉਹਨੂੰ ਪਾਓਗੇ ਤਾਂ ਉਹ ਚੱਲ ਨਹੀਂ ਸਕੂਗੀ। ਉਹਦਾ ਪਹਿਲਾਂ ਹੀ ਵਿਚਾਰੀ ਦਾ ਮੁਕਾਬਲਾ ਜਿਹੜਾ ਉਹ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਨਾਲ ਹੈ। ਔਰ ਪ੍ਰਾਈਵੇਟ ਟਰਾਂਸਪੋਰਟਰ ਜਿਸ ਤਰੀਕੇ ਦੇ ਨਾਲ ਬੱਸ ਅੱਡੇ ਤੋਂ ਸਵਾਰੀਆਂ ਚੁੱਕਦੇ ਆ, ਜਾਂ ਇੱਕ ਬੱਸ ਅੱਗੇ ਲਾਤੀ, ਇੱਕ ਪਿੱਛੇ ਲਾਤੀ, ਮੂਹਰੇ ਸਵਾਰੀਆਂ ਜਿਹੜੀਆਂ ਚੁੱਕੀ ਜਾਂਦੇ ਆ ਬੱਸ ਅੱਡੇ ਤੇ, ਕਿੰਨੇ ਕਿੰਨੇ ਉਹਨਾਂ ਦੇ ਟਾਈਮ ਨੇ। ਉਹੀ ਅਫਸਰ ਬੈਠੇ ਨੇ ਟਰਾਂਸਪੋਰਟ ਮਹਿਕਮੇ ਦੇ ਵਿੱਚ ਜਿਹੜੇ ਪਿਛਲੀ ਸਰਕਾਰ ਦੇ ਮੌਕੇ ਸੀ। ਭੋਰਾ ਵੀ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ, ਉਹ ਉੱਥੋਂ ਮਾਰ ਖਾਂਦੇ ਆ। ਫਿਰ ਵੀ ਮਿਹਨਤਕਸ਼ ਨੇ PRTC ਦੇ ਜਿਹੜੇ ਡਰਾਈਵਰ ਕੰਡਕਟਰ, ਪੰਜਾਬ ਰੋਡਵੇਜ਼ ਦੇ ਡਰਾਈਵਰ ਕੰਡਕਟਰ, ਉਹ ਮਿਹਨਤਕਸ਼ ਨੇ। ਉਹ ਕਿਸੇ ਤਰੀਕੇ ਦੇ ਨਾਲ ਇਸ ਅਦਾਰੇ ਨੂੰ ਚਲਾਉਣਾ ਚਾਹੁੰਦੇ ਨੇ, ਚਲਾਉਂਦੇ ਰਹੇ ਨੇ, ਚਲਾ ਰਹੇ ਨੇ। ਪਰ ਕਿੰਨੀ ਦੇਰ ਉਹ ਚਲਾਉਣਗੇ? ਜੇ ਸਰਕਾਰ ਦੀਆਂ ਪਾਲਿਸੀਜ਼ ਇਸ ਕਿਸਮ ਦੀਆਂ ਆਉਣਗੀਆਂ, ਮੁਫਤੀ ਤੁਸੀਂ ਸਾਰਾ ਕੁਝ ਕਰਨਾ, ਜਾਂ ਤੁਸੀਂ ਮੁਫਤ ਕਰਨਾ ਤਾਂ ਸਾਰਾ ਕਰੋ। ਹਰ ਬੱਸ ਦੇ ਵਿੱਚ ਔਰਤ ਜਿਹੜੀ ਆ ਉਹ ਮੁਫਤ ਚੜੂਗੀ, ਇਹਦੇ 'ਚ ਕੋਈ ਮੈਟਰ ਨਹੀਂ। ਉਹ ਲੌਂਗ ਰੂਟ ਹੈ, ਸ਼ਾਰਟ ਰੂਟ ਹੈ, ਪਿੰਡਾਂ ਵਾਲਾ ਰੂਟ ਹੈ, ਸ਼ਹਿਰਾਂ ਵਾਲਾ ਰੂਟ ਹੈ, ਪ੍ਰਾਈਵੇਟ ਹੈ, ਜਿਹੜੀਆਂ ਅੱਧੀਆਂ ਸਾਂਝ ਭਿਆੜੀ ਵਾਲੀਆਂ ਨੇ ਉਹ ਨੇ, AC ਨੇ, ਵੋਲਵੋ ਨੇ, ਉਹ ਸਾਰੀਆਂ ਦੇ ਉੱਤੇ
ਜਾਂ ਤਾਂ ਫ੍ਰੀ ਕਰੋ, ਫਿਰ ਪਤਾ ਲੱਗੇ ਵੀ ਤੁਸੀਂ ਜਿਹੜੇ ਉਹ ਲੋਕਾਂ ਨੂੰ ਸਹੂਲਤ ਦੇ ਰਹੇ ਹੋ। ਇਹਦੇ ਵਿੱਚ ਵੋਲਵੋ ਬੱਸਾਂ ਸਾਈਡ ਤੇ ਕੱਢ ਲਈਆਂ ਗਈਆਂ ਨੇ, ਇਹਦੇ ਵਿੱਚ ਏਸੀ ਬੱਸਾਂ ਸਾਈਡ ਤੇ ਕੱਢ ਲਈਆਂ ਗਈਆਂ ਨੇ। ਵੋਲਵੋ ਤੇ ਏਸੀ ਦੇ ਵਿੱਚ ਨਹੀਂ ਮੁਫਤ ਸਫ਼ਰ ਕਰ ਸਕਦੇ, ਸਿਰਫ ਉਹ ਬੱਸਾਂ ਜਿਹਦੇ ਬਾਰੇ ਦੇ ਵਿੱਚ ਪਹਿਲਾਂ ਵੀ ਹੁੰਦਾ ਸੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਉਹਨਾਂ ਦੇ ਵਿੱਚ ਤੁਸੀਂ ਮੁਫਤ ਸਫ਼ਰ ਕਰ ਸਕੋਗੇ ਔਰਤਾਂ ਜਿਹੜੀਆਂ ਨੇ। ਤੇ ਇਹ ਹੌਲੀ ਹੌਲੀ ਫਿਰ ਘਾਟੇ ਦੇ ਵਿੱਚ ਜਾਣੀ ਸ਼ੁਰੂ ਹੋ ਜੂਗੀ। ਹਰਿਆਣੇ ਦੇ ਵਿੱਚ ਜਿਹੜਾ ਉਹ ਉੱਥੋਂ ਦੀ ਜਿਹੜੀ ਹਰਿਆਣਾ ਰੋਡਵੇਜ ਆ, ਉਹਦਾ ਤੁਸੀਂ ਕਹਿ ਲਓ ਕਿ ਓਵਰਆਲ ਕਬਜ਼ਾ ਟਰਾਂਸਪੋਰਟ ਦੇ ਉੱਤੇ, ਔਰ ਉਹ ਰੈਵਨਿਊ ਜਨਰੇਟ ਕਰਕੇ ਸਰਕਾਰ ਨੂੰ ਦਿੰਦੀ ਹੈ। ਇੱਥੇ ਹੀ ਨਹੀਂ, ਜਿੱਥੇ ਜਿੱਥੇ ਉਹ ਬੱਸਾਂ ਖੜੀਆਂ ਹੁੰਦੀਆਂ ਨੇ, ਉਹ ਹਰਿਆਣਾ ਸਰਕਾਰ ਦੇ ਜਿਹੜੇ ਢਾਬੇ ਵਗੈਰਾ ਨੇ ਜਾਂ ਚਾਹ ਪਾਣੀ ਦੇ ਵਾਸਤੇ ਨੇ, ਉਹ ਉਹਨਾਂ ਦੇ ਪਲੇਸ ਨੇ ਹਰਿਆਣਾ ਸਰਕਾਰ ਦੇ, ਉੱਥੋਂ ਵੀ ਉਹਨਾਂ ਨੂੰ ਰੈਵਨਿਊ ਆਉਂਦਾ। ਹੋਰ ਅੱਗੇ ਜਿਹੜਾ ਨਹੀਂ ਚੱਲ ਜਾਓ, ਯਮੁਨਾ ਐਕਸਪ੍ਰੈਸ ਜੇ ਤੁਸੀਂ ਦੇਖਿਆ ਹੋਵੇ, ਵੱਡਾ ਹਾਈਵੇ ਜਾਂਦਾ, ਉਹਦੇ ਉੱਤੇ ਜਿੰਨੇ ਸਪੌਟ ਬਣੇ ਨੇ ਰੁਕਣ ਦੇ, ਰੋਟੀ ਪਾਣੀ ਖਾਣ ਦੇ, ਵਾਸ਼ਰੂਮ ਬਹੁਤ ਕਲੀਨ ਨੇ ਉੱਥੇ, ਫੋਨ ਚਾਰਜਿੰਗ ਪੁਆਇੰਟ ਜਿਹੜੇ ਉਹ ਦਿੱਤੇ ਹੋਏ ਆ, ਉਹ ਸਾਰੇ ਦੇ ਸਾਰੇ ਸਰਕਾਰ ਦੇ ਨੇ, ਕਿਉਂਕਿ ਹਾਈਵੇ ਦੇ ਉੱਤੇ ਕੋਈ ਹੋਰ ਬਣ ਹੀ ਨਹੀਂ ਸਕਦਾ। ਉਹ ਹਾਈਵੇ ਇੰਨਾ ਉੱਚਾ ਬਣਿਆ ਹੋਇਆ, ਸ਼ਹਿਰਾਂ ਦੇ ਬਾਰ-ਬਾਰ ਦੀ ਲੰਘ ਜਾਂਦਾ, ਉੱਥੇ ਸਰਕਾਰ ਦੇ ਨੇ। ਸਰਕਾਰ ਨੇ ਰੈਵਨਿਊ ਜਨਰੇਟ ਕਰਨਾ ਸ਼ੁਰੂ ਕਰਤਾ। ਇੱਥੇ ਜਿਹੜਾ ਜੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਜਾ ਸਕਿਆ। ਰੈਵਨਿਊ ਜਨਰੇਟ ਕਿੱਥੋਂ ਜਿਹੜਾ ਜੀ ਹੋਣਾ ਸੀ? ਇਹ ਜੇਕਰ ਇਸ ਤਰ੍ਹਾਂ ਦੇ ਸਪੌਟ ਖੋਲ੍ਹੇ ਜਾਂਦੇ, ਬੱਸਾਂ ਨੂੰ ਇਹ ਕੰਪਲਸਰੀ ਕੀਤਾ ਜਾਵੇ ਕਿ ਉਸ ਜਗ੍ਹਾ ਦੇ ਉੱਤੇ ਉਹ ਖੜੀਆਂ ਹੋਣਗੀਆਂ ਜਿਹੜੇ ਸਰਕਾਰ ਦੇ ਆਥੋਰਾਈਜ਼ ਕੀਤੇ ਹੋਏ ਸਪੌਟ ਨੇ, ਤੇ ਉੱਥੋਂ ਜਿਹੜੀ ਉਹ ਕਮਾਈ ਆਉਂਦੀ। ਜਿੰਨੇ ਇੱਦਾਂ ਦੇ ਪਿਕਨਿਕ ਸਪੌਟ ਸੀਗੇ ਜੀ, ਉਹ ਸਾਰੇ ਦੇ ਸਾਰੇ ਬੰਦ ਕਰਤੇ ਆ। ਸਰਹੰਦ ਫਲੋਟਿੰਗ ਹੁੰਦਾ ਸੀਗਾ, ਤੁਹਾਡੇ ਸਾਹਮਣੇ ਉਹਨੂੰ ਕਿਵੇਂ ਦੱਬ ਦਿੱਤਾ ਗਿਆ, ਉਹਦੇ ਰਾਹ ਹੀ ਬੰਦ ਕਰਤੇ ਸਾਰੇ, ਬੰਦ ਉਹਨੇ ਆਪੇ ਹੋਣਾ ਸੀਗਾ। ਇੱਕ ਨੀਲੋਂ ਵਾਲੇ ਪੁਲ ਦੇ ਉੱਤੇ ਹੁੰਦਾ ਸੀ, ਉਹ ਵੀ ਵੇਚ ਵੱਟ ਲਿਆ। ਜੇ ਤੁਸੀਂ ਸਾਰਾ ਕੁਝ ਇੱਕ ਇੱਕ ਕਰਕੇ, ਨਾ ਤੁਸੀਂ ਗਊਸ਼ਾਲਾ ਚਲਾ ਸਕਦੇ ਹੋ, ਨਾ ਤੁਸੀਂ ਟਰਾਂਸਪੋਰਟ ਜਿਹੜੀ ਮਾੜੀ ਮੋਟੀ ਚੱਲਦੀ ਆ ਉਹਦੇ ਵਿੱਚ ਵੀ ਤੁਸੀਂ ਲਿਆ ਕੇ ਇਹ ਜਿਹੜਾ ਉਹ ਕਰ ਦਿੱਤਾ, ਤੇ ਫਿਰ ਸਰਕਾਰਾਂ ਜਿਹੜੀਆਂ ਉਹ ਕਿਸ ਕੰਮ ਦੇ ਵਾਸਤੇ ਹੁੰਦੀਆਂ ਨੇ? ਕੀ ਉਹ ਸਰਕਾਰਾਂ ਲੋਕ ਇਸ ਕਰਕੇ ਚੁਣਦੇ ਆ ਕਿ ਨਵੀਂ ਸਰਕਾਰ ਆਊਗੀ, ਉਹ ਰਹਿੰਦੇ ਖੁੰਦੇ ਮਹਿਕਮੇ ਉਹਨਾਂ ਨੂੰ ਪ੍ਰਾਈਵੇਟਾਈਜ਼ ਜਿਹੜਾ ਜੀ ਉਹ ਕਰ ਦੂਗੀ? ਕੀ ਇਹ ਪ੍ਰਾਈਵੇਟਾਈਜ਼ ਜਿਹੜਾ ਜੀ ਜਿਹੜੇ ਕਮਾਊ ਮਹਿਕਮੇ ਨੇ ਉਹਨਾਂ ਦੇ ਵਿੱਚ ਨਹੀਂ ਕੀਤਾ ਜਾ ਸਕਦਾ? ਸਰਕਾਰਾਂ ਜਦੋਂ ਇਹ ਸਰਕਾਰ ਬਣੀ ਆ, ਉਦੋਂ ਇੱਕ ਗੱਲ ਚੱਲੀ ਸੀ ਵੀ ਤੁਸੀਂ ਠੇਕੇ ਨਹੀਂ, ਤੇ ਚਲੋ ਹੋਲਸੇਲ ਜਿਹੜਾ ਹੈ ਉਹ ਸਰਕਾਰ ਆਪਣੇ ਹੱਥਾਂ 'ਚ ਲੈ ਲੇ। ਜੇ ਸਰਕਾਰ ਦੇ ਆਪਣੇ ਹੱਥਾਂ 'ਚ ਹੁੰਦਾ, ਇਹ ਸਮਗਲਿੰਗ ਨਾ ਹੁੰਦੀ। ਪਰ ਸਮਗਲਿੰਗ ਲਈ ਖੁੱਲ੍ਹ ਕਿਹਨੂੰ ਜਿਹੜਾ ਜੀ ਉਹ ਦੇਣੀ ਸੀਗੀ? ਅੱਜ ਸਮਗਲਿੰਗ ਕਿੰਨੀ ਸ਼ਰਾਬ ਦੇ ਵਿੱਚ ਹੋ ਰਹੀ ਹੈ। ਜੇ ਇੱਕ ਇੱਕ ਕਰਕੇ ਚੋਰ ਮੋਰੀਆਂ ਬੰਦ ਨਹੀਂ ਹੋਣਗੀਆਂ, ਰਾਹ ਜਿਹੜੇ ਉਹ ਖੁੱਲ੍ਹੀ ਜਾਣਗੇ, ਤੇ ਫਿਰ ਸਰਕਾਰ ਦਾ ਰੈਵਨਿਊ ਤਾਂ ਘਟੂਗਾ। ਪਹਿਲਾਂ ਹੀ ਸਰਕਾਰ ਜਿਹੜੀ ਇੰਨੇ ਵੱਡੇ ਬੋਝ ਦੇ ਥੱਲੇ ਦੱਬੀ ਗਈ। ਸਰਕਾਰ ਕਾਹਦੀ ਦੱਬੀ ਗਈ? ਪੰਜਾਬ ਦੱਬਿਆ ਗਿਆ। ਪੌਣੇ 3 ਲੱਖ ਕਰੋੜ ਦੇ ਕਰਜ਼ੇ ਦੇ ਹੇਠ ਪੰਜਾਬ ਦੱਬਿਆ ਗਿਆ। ਜੰਮਦਾ ਜਿਹੜਾ ਬੱਚਾ ਉਹ ਕਰਜ਼ਾਈ ਜੰਮ ਰਿਹਾ, ਤੇ ਉਹਦੇ ਵਾਸਤੇ ਤੁਸੀਂ ਰੈਵਨਿਊ ਜਨਰੇਟ ਤਾਂ ਕਿਤੋਂ ਕਰੋਗੇ ਨਾ। ਜੇ ਰੈਵਨਿਊ ਜਨਰੇਟ ਕਰਨ ਵਾਲੇ ਪਾਸੇ ਤੁਰ ਹੀ ਨਹੀਂ ਤੁਸੀਂ ਰਹੇ, ਲੋਕ ਸਾਥ ਦੇਣਗੇ, ਲੋਕ 100% ਸਾਥ ਦੇਣ ਦੇ ਵਾਸਤੇ ਤਿਆਰ ਨੇ। ਪਰ ਇਹ ਕੀ ਪਾਲਿਸੀਜ਼ ਜਿਹੜੀਆਂ ਉਹ ਹੋਈਆਂ ਕਿ ਤੁਸੀਂ ਇੱਕ ਇੱਕ ਕਰਕੇ ਉਹ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਇਹ ਟਰਾਂਸਪੋਰਟ ਜਿਹੜੀਆਂ ਨੇ, ਚਾਹੇ ਉਹ ਬੱਸ ਅੱਡੇ ਨੇ, ਵਰਕਸ਼ਾਪਾਂ ਨੇ, ਕਿੰਨੇ ਕਿੰਨੇ ਜਗ੍ਹਾ PRTC ਦੇ ਕੋਲੇ ਨੇ, ਇਹ ਹੌਲੀ ਹੌਲੀ ਕਿਸੇ ਬਿਲੇ ਜਿਹੜੀਆਂ ਉਹ ਲਾਈਆਂ ਜਾਣਗੀਆਂ। ਇਹ ਲੋਕਾਂ ਦੀਆਂ ਨੇ, ਸਰਕਾਰ ਦੀਆਂ ਨਹੀਂ। ਲੋਕਾਂ ਨੂੰ ਜਾਗਰੂਕ ਇਹਦੇ ਪ੍ਰਤੀ ਜਿਹੜਾ ਉਹ ਹੋਣਾ ਪਊਗਾ। ਪੰਚਾਇਤਾਂ ਨੂੰ ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਕਿ ਪੰਚਾਇਤਾਂ ਦੇ ਪੱਧਰ ਤੋਂ ਨੌਜਵਾਨਾਂ ਨੂੰ ਪੰਚਾਂ ਤੋਂ ਜਿਹੜਾ ਉਹ ਹੇਠੋਂ ਆਉਣਾ ਪਊਗਾ, ਜੇਕਰ ਤੁਸੀਂ ਸੋਚਦੇ ਹੋ ਕਿ ਪੰਜਾਬ ਨੂੰ ਜਿਹੜਾ ਉਹ ਸੰਭਾਲਣਾ। ਨਹੀਂ ਤਾਂ ਸਰਕਾਰਾਂ ਸਿਰਫ ਔਰ ਸਿਰਫ ਬੱਤੀ ਲਾ ਕੇ, ਹੂਟਰ ਮਾਰ ਕੇ ਜਿਹੜਾ ਉਹ ਫੀਤਾ ਕੱਟਣ ਤੱਕ ਸੀਮਿਤ ਰਹਿ ਜਾਣਗੇ। ਮਹਿਕਮਾ ਤਾਂ ਜਦੋਂ ਕੋਈ ਰਹਿਣਾ ਹੀ ਨਹੀਂਗਾ ਜੀ। ਇੱਕ ਵਾਰੀ ਫਿਰ ਤੁਹਾਨੂੰ ਰਿਕੁਐਸਟ ਹੈ ਕਿ ਜੇ ਤੁਸੀਂ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ, ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨਵਾਦ। ਸਤਿ ਸ਼੍ਰੀ ਅਕਾਲ।